कोरोना वायरस कारण पंजाब की सेहत लगातार बिगड़ रही है। 79 केस सामने आए ने ਅਤੇ 7 मौतां हो चुकियां ने। इस गंभीर स्थिति ਦੇ ਵਿੱਚ ਹੇਠਲੇ ਪੱਧਰ ਤੇ ਡਾਕਟਰਾਂ ਤੇ ਨਰਸਾਂ ਨੂੰ ਜ਼ਰੂਰੀ ਸਾਮਾਨ ਨਹੀਂ ਮਿਲ ਰਿਹਾ। ਸਵਾਲ ਇਹ ਹੈ, ਫਿਰ ਪੰਜਾਬ ਸਿਹਤਮੰਦ ਰਹੇਗਾ ਕਿਵੇਂ? ਇਹ ਤਸਵੀਰ ਬਠਿੰਡਾ ਦੀ ਹੈ, ਜਿੱਥੇ ਡਾਕਟਰਾਂ ਨੂੰ ਗਾਰਡ ਆਫ ਆਨਰ ਦਿੱਤਾ ਜਾ ਰਿਹਾ ਹੈ। ਕੋਰੋਨਾ ਸੰਕਟ 'ਚ ਲੋਕਾਂ ਦੀ ਸੇਵਾ ਕਰ ਰਹੇ ਇਹਨਾਂ ਡਾਕਟਰਾਂ ਨੂੰ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ 'ਚ ਇਹ ਸਨਮਾਨ ਦਿੱਤਾ ਗਿਆ। समूह डॉक्टर इस सम्मान तो बेहद खुश भी नजर आए, पर उन्हें इस मौके वित्त मंत्री सामने किट्स और मास्क तो लैके जरूरी साजो सामान की मांग रखी। हालांकि मनप्रीत बादल ने छेती ही हर जरूरी सामान मुहैया करवाने का भरोसा भी दिता। बट सर सानू इहदा कुछ भी है नहीं कि ਅਸੀਂ ਆਪਦੀ ਜਾਨ ਨੂੰ ਜੋਖਮ ਦੇ ਵਿੱਚ ਰੱਖ ਕੇ ਕਰ ਰਹੇ ਹਾਂ। ਅਸੀਂ ਚਾਰਾਂ ਲੈ ਕੇ ਆਉਂਦੀ ਹੈ, ਸਾਰਿਆਂ ਦੇ ਪ੍ਰੋਬਲਮਸ ਆਈਆਂ, ਬਟ ਸਰ ਸਾਨੂੰ ਕਿਟਸ ਸਾਡੀ ਕੋਈ ਸੇਫਟੀ ਤਾਂ ਹੋਣੀ ਚਾਹੀਦੀ ਆ। ਅਸੀਂ ਤਾਂ ਗਵਰਨਮੈਂਟ ਤੋਂ ਇਹੀ ਰਿਕੁਐਸਟ ਕਰਦੇ ਹਾਂ। ਅਸੀਂ ਕੋਈ ਡਿਊਟੀ ਤੋਂ ਨਹੀਂ ਪਾਉਂਦੇ, ਸਾਰੇ ਘੱਟ ਤੋਂ 24 ਆਵਰਸ ਡਿਊਟੀ ਲਓ। ਸਾਨੂੰ ਡਿਊਟੀ ਦੀ ਕੋਈ ਇਸ਼ੂ ਹੈ ਨਹੀਂ। ਸਰ ਕਿਸ ਮਨਾ ਕਰਦੀ ਹੈ ਕਿ ਡਾਕਟਰ ਸਟਾਫ ਨਹੀਂ ਪਾਣਗੇ? ਤੁਸੀਂ ਇੱਕ ਹਫ਼ਤੇ ਦੇ ਵਿੱਚ ਅਜੇ ਤੱਕ ਤਾਂ ਸ਼ੁਕਰ ਹੈ ਪਰਮਾਤਮਾ ਦਾ ਕਿ ਆਪਣੇ ਡਿਸਟ੍ਰਿਕਟ ਦੇ ਵਿੱਚ ਕੋਈ ਇਸ ਵੇਲੇ ਕੋਈ ਆਇਆ ਨਹੀਂ, ਔਰ ਪਰਮਾਤਮਾ ਕਰੇ ਨੌਬਤ ਨਾ ਆਵੇ। ਪਰ ਮੈਂ ਤੁਹਾਨੂੰ ਅੱਜ ਯਕੀਨ ਦਿਵਾਉਣਾ ਹੈ, ਅੱਜ ਮੰਡੇ ਹੈ, ਸੰਡੇ ਤੱਕ ਜਿਹੜਾ ਹੈ ਆਪਣਾ ਸਾਰਾ ਇਕਵਿਪਮੈਂਟ ਜਿਹੜਾ ਅਸੀਂ ਜੋ ਵੀ ਕਿ ਕੋਈ ਜਿਹੜੀਆਂ ਕਿਸੇ ਵੀ ਰੇਟ ਤੇ ਮਿਲਦਾ, ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਜੇ ਅੱਗ ਲੱਗੀ ਹੋਵੇ ਤਾਂ ਮਸ਼ਕਾਂ ਦਾ ਭਾਅ ਨਹੀਂ ਕੀਤਾ ਜਾਂਦਾ। ਕਿਸੇ ਵੀ ਰੇਟ ਤੇ ਜਿਹੜਾ ਵੀ ਸੇਫਟੀ ਇਕਵਿਪਮੈਂਟ ਹੈ, ਮੈਂ ਤੁਹਾਡੇ ਨਾਲ ਵਾਅਦਾ ਕਰਦਾ 6 ਦਿਨਾਂ ਦੇ ਵਿੱਚ ਉੱਤੋਂ ਹੀ ਆ ਜਾਏਗਾ, ਔਰ ਪਰਮਾਤਮਾ ਕਰੇ 6 ਦਿਨ ਆਪਣੇ ਕੋਲ ਚੁੱਕੇ। ਤੇ ਔਰ ਸਾਨੂੰ ਮਤਲਬ ਪੀਪੀ ਕਿਟਸ ਬਿਲਕੁਲ ਵੀ ਅਵੇਲੇਬਲ ਨਹੀਂ ਹੈ। N95 ਮਾਸਕ ਜੋ ਸਾਨੂੰ ਚਾਹੀਦੇ ਆ ਉਹ ਵੀ ਅਵੇਲੇਬਲ ਨਹੀਂ ਆ। ਅਸੀਂ ਸਿੰਪਲ ਮਾਸਕ ਵੀ ਮਤਲਬ ਬੜੀ ਮੁਸ਼ਕਲ ਨਾਲ ਪ੍ਰੋਵਾਈਡ ਕਰ ਰਹੇ ਹਾਂ ਕਿ ਉਹਨਾਂ ਨੇ ਸਾਡੀ ਥੋੜੀ ਹੌਸਲਾ ਅਫਜ਼ਾਈ ਕੀਤੀ ਹੈ, ਸਾਨੂੰ ਬੜਾ ਵਧੀਆ ਮਾਣ ਦਿੱਤਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਪਰ ਅਸੀਂ ਆਪਣੇ ਜਿਹੜੇ ਮਤਲਬ ਜੋ ਸਾਨੂੰ ਸਮਾਨ ਅਵੇਲੇਬਲ ਨਹੀਂ ਹੋ ਰਿਹਾ, ਅਸੀਂ ਉਹਦੇ ਲਈ ਮਤਲਬ ਬਹੁਤ ਦੁਖੀ ਹਾਂ। ਇਹ ਤਸਵੀਰ ਇਕੱਲੇ ਬਠਿੰਡਾ ਦੀ ਨਹੀਂ, ਪਿਛਲੇ ਦਿਨੀ ਅੰਮ੍ਰਿਤਸਰ ਤੋਂ ਵੀ ਕੁਝ ਅਜਿਹੀਆਂ ਹੀ ਤਸਵੀਰਾਂ ਵੇਖਣ ਨੂੰ ਮਿਲੀਆਂ ਸੀ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਸਰਕਾਰ ਨੂੰ ਸਰਕਾਰੀ ਬੰਦੋਬਸਤ ਚੁਸਤ ਦਰੁਸਤ ਕਰਨ ਦੀ ਅਪੀਲ ਕੀਤੀ ਹੈ ਕਿ ਡਾਕਟਰ ਤੇ ਨਰਸ ਇਸ ਗੱਲ ਨੂੰ ਲੈ ਕੇ ਕੰਪਲੇਂਟ ਕਰ ਰਹੇ ਨੇ ਕਿ ਸਾਨੂੰ ਜਿਹੜੀ PPE ਕਿਟਸ ਨੇ ਉਹੀ ਨਹੀਂ ਪ੍ਰੋਵਾਈਡ ਹੋ ਰਹੀ। ਸੋ ਜਿਹੜੀ PPE ਕਿਟਸ ਹੈ, ਜਿਹੜਾ ਬੇਸਿਕ ਕਿਸੇ ਫੌਜੀ ਨੂੰ ਕਹਦੇ ਯਾਰ ਜੰਗ ਲਈ ਚਲੇ ਜਾ, ਮਗਰ ਜੰਗ ਵਾਸਤੇ ਜੋ ਉਹਨੂੰ ਅਸਲੇ ਦੀ ਲੋੜ ਆ ਉਹ ਦਈਏ ਨਾ, ਉਹਨੂੰ ਕਹੀਏ ਖਾਲੀ ਹੱਥ ਚਲੇ ਜਾ, ਤੇ ਉਹਨੇ ਕਾਹਦੀ ਜੰਗ ਲੜਨੀ ਹੈ। ਇਸ ਲਈ ਜੇ ਵਾਰ ਟਾਈਪ ਸਿਚੁਏਸ਼ਨ ਬਣੀ ਪਈ ਆ, ਉਸ ਵਾਰ ਟਾਈਮ ਸਿਚੁਏਸ਼ਨ 'ਚ ਤੁਹਾਡੇ ਡਾਕਟਰਾਂ ਨੂੰ ਜੋ ਜ਼ਰੂਰਤਮੰਦ PPE ਕਿਟਸ ਹੈ ਉਹ ਮੁਹੱਈਆ ਕਰਾਉਣੀ, ਥਰਮਾਮੀਟਰ ਮੁਹੱਈਆ ਕਰਾਉਣੇ, ਜਿਹੜੀ ਬੇਸਿਕ ਚੀਜ਼ਾਂ ਨੇ ਉਹ ਇਨਫਰਾਸਟਰਕਚਰ ਪੂਰਾ ਕਰਾਉਣਾ ਵੀ ਤੁਹਾਡੀ ਵੱਡੀ ਜ਼ਿੰਮੇਵਾਰੀ ਆ। ਔਰ ਇੱਕ ਸੈਂਸ ਆਫ ਸਿਕਿਉਰਿਟੀ ਉਹਨਾਂ ਦੇ ਪਰਿਵਾਰਾਂ ਵਾਸਤੇ ਮੈਂ ਅੱਜ ਮੰਗ ਕਰਦਾ ਕਿ ਉਹਨਾਂ ਜੇ ਕੋਈ ਡਾਕਟਰ ਜਿਹੜਾ ਆਪਦੀ ਜਾਨ ਤੇ ਖੇਲ ਕੇ ਉਹਦੀ ਜ਼ਿੰਮੇਵਾਰੀ ਉਹ ਡਿਊਟੀ ਨਿਭਾ ਰਿਹਾ, ਫਿਰ ਉਹਨਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਹੋਵੇ ਕਿ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ 1 ਕਰੋੜ ਦੀ ਕੀਤੀ ਜਾਵੇ। ਔਰ ਉਹਨਾਂ ਅਜਿਹਾ ਨਹੀਂ ਸਰਕਾਰ ਨੂੰ ਇਹਨਾਂ ਪਰੇਸ਼ਾਨੀਆਂ ਦਾ ਪਤਾ ਨਾ ਹੋਵੇ। ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਦੇ 17 ਸੈਕਟਰ 'ਚ ਇੱਕ ਕੰਟਰੋਲ ਰੂਮ ਤਿਆਰ ਕੀਤਾ ਗਿਆ ਹੈ, ਜੋ ਸੂਬੇ ਭਰ 'ਚੋਂ ਕੋਰੋਨਾ ਮੁਤਲਕ ਜਾਣਕਾਰੀ ਜੁਟਾਉਂਦਾ ਹੈ ਅਤੇ ਉਸ ਨੂੰ ਸਰਕਾਰ ਤੱਕ ਪਹੁੰਚਾਇਆ ਜਾਂਦਾ ਹੈ। ਸਾਡਾ ਜਿਹੜਾ ਮੇਨ ਮੁੱਖ ਕੰਮ ਜਿਹੜਾ ਸਾਨੂੰ ਦਿੱਤਾ ਗਿਆ ਹੈ ਉਹ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਇਮਰਜੈਂਸੀ ਸਿਚੁਏਸ਼ਨ ਹੁੰਦੀ ਹੈ, ਉਸ ਵੇਲੇ ਜਿਹੜੀ ਇਨਫੋਰਮੇਸ਼ਨ ਹੈ, ਜਿਹੜੀ ਸੂਚਨਾ ਹੈ, ਉਹ ਦਾ ਟਾਈਮਲੀ ਟਰਾਂਸਮਿਸ਼ਨ ਤੇ ਸਹੀ ਸੂਚਨਾ ਤੇ ਸਮੇਂ ਸਿਰ ਸੂਚਨਾ ਮਿਲੇ, ਸਭ ਤੋਂ ਇੰਪੋਰਟੈਂਟ ਹੁੰਦਾ। ਤੋ ਇੱਕ ਸਾਡਾ ਜਿਹੜਾ ਪ੍ਰਮੁੱਖ ਕੰਮ ਹੈਗਾ, ਜਿਹੜਾ ਮੇਨ ਮੁੱਢਲਾ ਕੰਮ ਸਾਨੂੰ ਦਿੱਤਾ ਗਿਆ ਹੈ, ਉਹ ਇਹ ਦਿੱਤਾ ਗਿਆ ਹੈ ਕਿ ਅਸੀਂ ਜਿੰਨੇ ਵੀ ਸਾਡੇ ਸੀਨੀਅਰ ਅਫਸਰ ਸਾਹਿਬਾਨ ਹੈ, ਜਿਹੜੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਐਡਮਿਨਿਸਟ੍ਰੇਟਿਵ ਸੈਕਟਰੀ ਸਾਹਿਬਾਨ ਹੈ, ਉਹਨਾਂ ਦੇ ਵੱਲੋਂ ਇਸ ਜਾਣਕਾਰੀ ਇਨਫੋਰਮੇਸ਼ਨ ਕੋਈ ਵੀ ਉਹਨਾਂ ਨੂੰ ਜੋ ਫੀਲਡ ਤੋਂ ਚਾਹੀਦੀ ਹੁੰਦੀ ਹੈ ਤਾਂ ਉਹ ਸਾਡੇ ਰਾਹੀਂ
ਫੀਲਡ ਨੂੰ ਅਸੀਂ ਦੱਸਦੇ ਹੁੰਦੇ ਹਾਂ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਲੈ ਕੇ, ਔਰ ਫੀਲਡ ਤੋਂ ਡੇਟਾ ਇਕੱਠਾ ਕਰਕੇ ਉਹਨਾਂ ਨੂੰ ਦਿੰਦੇ ਆ। ਪਹਿਲੀ ਚੀਜ਼ ਤਾਂ ਇਹ ਜਾਣਕਾਰੀ ਇਕੱਠਾ ਕਰਨਾ ਸਾਡਾ ਕੰਮ ਹੈ। ਦੂਸਰਾ, ਇਸ ਜਾਣਕਾਰੀ ਨੂੰ ਪ੍ਰੋਪਰ ਤਰੀਕੇ ਨਾਲ ਉਹਨਾਂ ਦੇ ਸਾਹਮਣੇ ਪੇਸ਼ ਕਰਨਾ ਤਾਂ ਕਿ ਉਹਦੇ ਬੇਸਿਸ ਤੇ ਉਹ ਟਾਈਮਲੀ ਤੇ ਸਹੀ ਡਿਸੀਜਨ ਲੈ ਪਾਉਣ ਕੋਵਿਡ ਲਈ। ਕਿਸਾਨਾਂ ਨੂੰ ਵੀ ਸਰਕਾਰ ਨੇ ਬੇਫਿਕਰ ਰਹਿਣ ਦੀ ਗੱਲ ਆਖੀ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਫਸਲ ਮੰਡੀਆਂ ਤੱਕ ਪਹੁੰਚਾਉਣ ਲਈ ਕਿਸਾਨਾਂ ਨੂੰ ਪਾਸ ਦਿੱਤੇ ਜਾਣਗੇ ਜੋ ਉਹਨਾਂ ਨੂੰ ਆੜ੍ਹਤੀਆਂ ਤੋਂ ਮਿਲਣਗੇ। ਪਾਸ ਤੇ ਲਿਖੀ ਤਾਰੀਖ ਮੁਤਾਬਕ ਕਿਸਾਨ ਮੰਡੀ ਜਾਣਗੇ ਤਾਂ ਜੋ ਭੀੜ ਤੋਂ ਬਚਿਆ ਜਾ ਸਕੇ। सरकार ने, क्योंकि ये प्रोक्योरमेंट सीएम साहब का फेवरेट सब्जेक्ट रहता है, उनकी कोशिश रहती है किसी भी किसान को और किसी भी हमारे आड़ती को कोई भी मुश्किल ना आए सरकार की तरफ से, उसके लिए वो पहले ही तैयारियों को रिव्यू करते हैं। इस बार भी जो हमारी प्रिपरेशंस हैं उन्होंने पर्सनली रिव्यू की हैं और उसमें ये ख़ास तौर पे देखा गया किसी भी किसान को एक जगह इकट्ठा ना, क्योंकि एकदम फसल आती है और गलत हो जाता है। सभी किसान, लेबर, वहीं आड़तियाज, वहीं हमारे परचेज एजेंसी के ऑफिसर्स, वहीं एफसीआई के बंदे और ट्रांसपोर्टेशन इकट्ठी हो जाती है। इस बार उसको स्टैगर्ड करने के लिए, उसको थोड़ा धीमे रखने के लिए, ताकि किसान भाई हमारा एक डिसिप्लिन्ड वे में आए और उसी डिसिप्लिन्ड वे में प्रोक्योरमेंट हो, उसके लिए इंतज़ाम किए गए हैं। ख़ास तौर पे सीएम साहब ने परचेज सेंटर हैं 1820 होते थे ट्रेडिशनली हमारे, वो बढ़ा दिए हैं तकरीबन 4, 4,500, 5,000 वो आज बन रहे हैं। कितने बनते हैं, बहुत ज़्यादा परचेज सेंटर बन जाएंगे। वहाँ पे भी मंडी बोर्ड स्पेशली इसमें काफ़ी इंटरेस्ट ले रहा है। उनके ऑफिसर आड़तियाज के थ्रू किसानों को पासिस मुहैया करवाएंगे, किस डेट पे कौन सा किसान आएगा, कौन 15 को आएगा, कौन 16 को आएगा, कौन 17 को, उनको अलाउ किया जाएगा। उसके अलावा किसी और को अलाउ नहीं किया जाएगा और उनकी फसल बाकायदा किसी बगैर मुश्किल के प्रोक्योर की जाएगी। ਹੁਣ ਇਸੇ ਹਿੱਸੇ ਦੀ ਦੂਜੀ ਤਸਵੀਰ ਵੇਖੋ। ਇਹ ਲੁਧਿਆਣਾ ਦੀ ਜਿੱਥੇ ਕਿਸਾਨ ਬੇਵਸ ਨੇ। ਅਸੀਂ ਕਣਕ ਤੇ ਆਪਣੇ ਆਲੂਆਂ ਵੀ ਲਾਏ ਹੋਏ ਸੀ ਸਾਡੇ, ਤੇ ਆ ਗੋਭੀ ਦਾ ਵੀ ਸਾਡਾ ਕਿੱਲਾ ਸਵਾ ਕਿੱਲਾ ਲਾਇਆ ਹੋਇਆ ਸੀਗਾ, ਤੇ ਸਾਨੂੰ ਇਸ ਵਿੱਚ ਬਹੁਤ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਜਦੋਂ ਤਾਂ ਕਰੋਨਾ ਵਾਇਰਸ ਕਰਕੇ ਕਰਫਿਊ ਲੱਗਿਆ। ਹਾਂਜੀ ਹਾਂਜੀ, ਉਰੋਂ ਤੋਂ ਹੀ ਸਾਨੂੰ ਬਹੁਤ ਇਹ ਵੱਡੀ ਪ੍ਰੋਬਲਮ ਆ। ਦੇਖੋ ਤੇ ਅਸੀਂ ਮੰਡੀਆਂ 'ਚ ਲੈ ਕੇ ਜਾਂਦੇ ਆ ਤਾਂ ਉੱਥੇ ਸਾਡੀ ਕੋਈ ਲੈਂਦਾ ਨਹੀਂ, ਵਪਾਰੀ ਨੂੰ ਆਉਂਦੇ ਆ ਤਾਂ ਉਹ ਭਜਾ ਦਿੰਦੇ ਨੇ ਮੁਲਾਜ਼ਮ, ਉੱਥੋਂ ਵੀ ਇਕੱਠ ਨਹੀਂ ਹੋਣ ਦੇਣਾ, ਤੇ ਉਹਦੇ ਨਾਲ ਸਾਡਾ ਬਹੁਤ ਹੀ ਲੋਸ ਹੋ ਰਿਹਾ ਇਸ ਗੱਲ ਦੇ। ਪਰ ਸਮੱਸਿਆ ਇਹ ਹੈ ਕਿ ਪੀੜਤ ਲਗਾਤਾਰ ਵਧ ਰਹੇ ਨੇ। ਫਤਿਹਗੜ੍ਹ ਸਾਹਿਬ ਦੇ ਖਮਾਣੋਂ 'ਚ 2 ਔਰਤਾਂ ਕੋਰੋਨਾ ਪੀੜਤ ਪਾਈਆਂ ਗਈਆਂ। ਤਬਲੀਗੀ ਜਮਾਤ ਨਾਲ ਸੰਬੰਧਿਤ ਇਹਨਾਂ ਕੇਸਾਂ ਬਾਅਦ 3 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਇਹ ਮਨੈਲੀ ਖਮਾਣੋਂ ਦੇ ਵਿੱਚ ਇੱਕ ਜਗ੍ਹਾ ਹੈਗੀ ਹੈ, ਉੱਥੇ ਆਏ ਹੋਏ ਸੀਗੇ। ਜਦੋਂ ਸਾਨੂੰ ਇਹਨਾਂ ਦੀ ਇਨਫੋਰਮੇਸ਼ਨ ਮਿਲੀ ਤੇ ਅਸੀਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਲਿਆ ਕੇ ਆਈਸੋਲੇਸ਼ਨ ਵਾਰਡ ਦੇ ਵਿੱਚ ਰੱਖਿਆ, ਤੇ ਇਹਨਾਂ ਦੇ ਸਰਕਾਰ ਵੱਲੋਂ ਹਦਾਇਤਾਂ ਹੋਈਆਂ ਕਿ ਇਹਨਾਂ ਦੇ ਸੈਂਪਲਸ ਲਿੱਤੇ ਜਾਣ, ਤੇ ਇਹਨਾਂ ਦੇ ਫੌਰਨ ਅਸੀਂ ਸੈਂਪਲਸ ਲਿੱਤੇ। ਅੱਜ ਜਦੋਂ ਇਹਨਾਂ ਦੀ ਰਾਤ ਨੂੰ 11:30 ਵਜੇ ਰਿਪੋਰਟ ਆਈ, ਉਹਦੇ ਵਿੱਚ 2 ਲੇਡੀਜ਼ ਦਾ ਜਿਹੜਾ ਉਹ ਟੈਸਟ ਪੋਜ਼ਿਟਿਵ ਆਇਆ ਹੈ। ਉਹ ਲੇਡੀਜ਼ ਨੂੰ ਅਸੀਂ ਉਸੇ ਵੇਲੇ ਸਰਕਾਰ ਦੇ ਹੁਕਮਾਂ ਦੇ ਹਿਸਾਬ ਨਾਲ ਉਹਨਾਂ ਨੂੰ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਵਿੱਚ ਸ਼ਿਫਟ ਕਰ ਦਿੱਤਾ, ਤੇ ਬਾਕੀ ਬੰਦਿਆਂ ਨੂੰ ਅਸੀਂ ਲੈ ਕੇ ਉੱਥੇ ਹੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਕੁਆਰੰਟਾਈਨ ਕੀਤਾ ਹੋਇਆ ਹੈ। ਤੇ ਬਾਕੀ ਜਿਹੜੇ 3 ਏਰੀਆ ਸੀ ਜਿੱਥੇ ਮੈਂ ਦੱਸਿਆ ਤੁਹਾਨੂੰ, ਜਿਵੇਂ ਸਾਨੀਪੁਰ ਤੇ ਸੰਗੋਲ ਤੇ ਮਨੈਲੀ, ਇਹਨਾਂ ਨੂੰ ਅਸੀਂ ਸੀਲ ਕਰ ਦਿੱਤਾ। ਇਸ ਸਭ ਵਿੱਚ ਹਿਮਾਚਲ ਪ੍ਰਦੇਸ਼ ਪੁਲਿਸ ਦੀ ਚੇਤਾਵਨੀ ਬਾਅਦ ਤਬਲੀਗੀ ਜਮਾਤ ਦੇ ਲੋਕਾਂ ਨੇ ਖੁਦ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ, ਕਿਉਂਕਿ ਇਹ ਉਹ ਲੋਕ ਨੇ ਜੋ ਦੇਸ਼ ਭਰ 'ਚੋਂ ਪੋਜ਼ਿਟਿਵ ਆ ਰਹੇ ਨੇ। ਅਜਿਹੇ 'ਚ ਡੀਜੀਪੀ ਨੇ ਖੁਦ ਨੂੰ ਛਪਾਉਣ ਵਾਲਿਆਂ ਤੇ ਸਖਤ ਕਾਰਵਾਈ ਦੀ ਗੱਲ ਆਖੀ ਹੈ। कल हमारे अपील के उपरांत 12 तबलीग जमात के लोग जो दिल्ली निजामुद्दीन के मरकज गए थे और मार्च महीने में वापस आए थे, उन्होंने डिस्क्लोज़ किया। इसके अलावा 52 जो तबलीग जमात के लोग जो इनके कांटेक्ट में आए थे, उन्होंने भी पुलिस को सूचना दिया और वो स्वयं क्वारंटाइन में चले गए। ਅਗਲੀ ਤਸਵੀਰ ਚੰਡੀਗੜ੍ਹ ਦੇ ਸੈਕਟਰ 26 'ਚ ਗ੍ਰੇਨ ਮਾਰਕੀਟ ਦੀ ਹੈ। ਅਸੀਂ ਇਸ ਸਮੇਂ ਮੌਜੂਦ ਹਾਂ ਸੈਕਟਰ 26 ਦੀ ਗ੍ਰੇਨ ਮਾਰਕੀਟ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਟਰਾਂਸਪੋਰਟ ਦੀਆਂ ਬੱਸਾਂ ਹੈ, ਤੇ ਹੁਣ ਇੱਧਰ ਇਹਨਾਂ ਬੱਸਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ।
ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਬੱਸਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਤਾਂ ਜੋ ਬੱਸਾਂ ਕੋਈ ਵੀ ਅਜਿਹਾ ਇਨਫੈਕਸ਼ਨ ਜਿਹੜੀ ਉਹ ਨਾ ਫੈਲੇ। ਇਹ ਜਿਹੜੀਆਂ ਬੱਸਾਂ ਆ ਇਹਨਾਂ ਥਰੂ ਹੀ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਦੇ ਵਿੱਚ ਸਬਜ਼ੀ ਦੀ ਸਪਲਾਈ ਕੀਤੀ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ ਸੈਕਟਰ ਲਿਖੇ ਹੋਏ, ਸੈਕਟਰ 40, 39, 38 ਵੈਸਟ, ਇਹ ਸਾਰੇ ਸੈਕਟਰ ਨੰਬਰ ਲਿਖੇ ਹੋਏ ਨੇ। ਇਹ ਸੈਕਟਰ ਨੰਬਰ ਜਿਹੜੇ ਲਿਖੇ ਹੋਏ ਨੇ ਇਹ ਬੱਸਾਂ ਦੇ ਜੋ ਬੱਸਾਂ ਆ ਇਹਨਾਂ ਦੇ ਥਰੂ ਸਪਲਾਈ ਕੀਤੀ ਜਾਂਦੀ ਸਬਜ਼ੀ ਮੰਡੀ ਤੋਂ ਸਰਕਾਰ ਦੇ ਅਧੀਨ, ਪ੍ਰਸ਼ਾਸਨ ਦੇ ਅਧੀਨ। ਚੰਡੀਗੜ੍ਹ ਪੁਲਿਸ ਦੀ ਟੀਮਾਂ ਇਹਨਾਂ ਬੱਸਾਂ ਦੇ ਵਿੱਚ ਸਵਾਰ ਹੋ ਕੇ ਜਿਹੜੇ ਸਬਜ਼ੀ ਵੇਚਣ ਵਾਲੇ ਆ ਉਹਨਾਂ ਦੇ ਨਾਲ ਜਾਂਦੇ ਆ ਤੇ ਸੈਕਟਰਾਂ ਦੇ ਵਿੱਚ ਇੱਕ ਲਾਈਨ ਵਾਈਜ਼ ਤਰੀਕੇ ਦੇ ਨਾਲ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਇਹ ਉਪਰਾਲਾ ਕੀਤਾ ਗਿਆ। ਚੰਡੀਗੜ੍ਹ 'ਚ ਪੁਲਿਸ, ਟ੍ਰੈਫਿਕ ਪੁਲਿਸ ਨੇ ਸਿਹਤ ਮੁਲਾਜ਼ਮ ਜੋ ਗਰਾਊਂਡ ਤੇ ਕੰਮ ਕਰ ਰਹੇ ਨੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਦੇ ਆ ਬਕਾਇਦਾ ਹੈਲਥ ਕੈਂਪ ਵੀ ਲਾਏ ਜਾ ਰਹੇ ਨੇ। ਤਸਵੀਰ ਸੈਕਟਰ 23 ਦੀ ਹੈ। ਇਹ ਬਹੁਤ ਵਧੀਆ ਗੱਲ ਹੈਗੀ ਹੈ ਵੀ ਸਿਹਤ ਵਿਭਾਗ ਨੇ ਸਾਡੇ ਬਾਰੇ, ਪੁਲਿਸ ਦੇ ਬਾਰੇ ਵੀ ਸੋਚਿਆ। ਅਦਰਵਾਈਜ਼ ਵੀ ਸੋਚਦੇ ਰਹਿੰਦੇ ਨੇ, ਲੇਕਿਨ ਪੁਲਿਸ ਕਿਉਂਕਿ ਸਾਰਾ ਦਿਨ ਬਾਹਰ ਰਹਿੰਦੀ ਹੈ, ਲੋਕਾਂ ਦੇ ਵਿੱਚ ਵਿਚਰਦੀ ਹੈ, ਤਾਂ ਇਹ ਜ਼ਿਆਦਾ ਰਿਸਕ ਤੇ ਹੈਗੀ ਹੈ। ਮਾਇਓ ਹਸਪੀਟਲ ਦੇ ਡਾਕਟਰਸ ਦੀ ਟੀਮ ਆਈ ਹੈ ਸਾਡੇ ਕੋਲੇ 23 ਸੈਕਟਰ। ਇੱਥੇ ਅਸੀਂ ਤਕਰੀਬਨ ਹੁਣ ਤੱਕ 45 ਟ੍ਰੈਫਿਕ ਸਟਾਫ ਦੇ ਕਰਾ ਚੁੱਕੇ ਹਾਂ, ਮੈਡੀਕਲ ਕਰਾ ਚੁੱਕੇ ਹਾਂ। ਇਹ ਨਾਰਮਲ ਇੱਕ ਦੇਖਦੇ ਵੀ ਕੋਈ ਸਿੰਪਟਮਸ ਤਾਂ ਨਹੀਂ ਹੈ ਇਸ ਟਾਈਪ ਦਾ, ਤੇ ਉਹ ਅਸੀਂ ਚੱਲ ਰਹੇ। ਤੇ ਕੱਲ ਨੂੰ ਅਸੀਂ ਫਿਰ ਦੁਬਾਰਾ ਤੋਂ ਜਿਹੜੇ ਸਟੈਟਿਕ ਪੁਆਇੰਟਸ ਹੈਗੇ ਨੇ ਜਾਂ ਹੋਰ ਜਿਹੜੇ ਜ਼ਰੂਰੀ ਪੁਆਇੰट्स है ਉੱਥੇ ਜਾ ਕੇ ਅਸੀਂ ट्रैफिक वाले ਦਾ दोबारा मेडिकल कराएंगे। कि बेसिकली तो सबसे पहले हम पेशेंट का टेम्परेचर चेक करते हैं, क्योंकि बेसिकली सबसे इसमें इंपॉर्टेंट जो चीज़ है पेशेंट का टेम्परेचर होता है, क्योंकि उससे हमें पता लग जाता है कि पेशेंट को साइन एंड सिम्टम्स बेसिकली चेक होते हैं। बाकी हमारे सर वहाँ पे बैठे हुए हैं, तो बाकी विजुअलाइज अगर सिम्टमेटिक कुछ भी होता है तो बाकी सर उनको देख के फिर उनको गाइड कर देते हैं। बेसिकली लुकिंग इनटू कोरोना एट दिस पॉइंट ऑफ टाइम, तो हम सबसे पहले टेम्परेचर चेक करते हैं। हम देखते हैं कि पेशेंट का टेम्परेचर है कि नहीं है। इफ़ एवरीथिंग इज़ नॉर्मल, देयर इज़ नो टेम्परेचर, देन वी गो विद द फर्दर टेस्टिंग, जिसमें ब्लड सैम्पलिंग है और शुगर्स, ब्लड प्रेशर एसेट्रा एसेट्रा। ਚੰਡੀਗੜ੍ਹ ਪ੍ਰਸ਼ਾਸਨ ਹਰ ਸਾਵਧਾਨੀ ਵਰਤ ਰਹੀ ਹੈ, ਜਿਸ ਦਾ ਨਤੀਜਾ ਕਿ ਹਾਲੇ ਇੱਥੇ ਬਚਾ ਹੈ। ਪਰ ਪੰਜਾਬ 'ਚ ਇਹ ਅੰਕੜਾ ਵੱਧ ਰਿਹਾ ਹੈ। ਸੂਬੇ 'ਚ 79 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਨੇ ਅਤੇ 7 ਮੌਤਾਂ ਹੋਈਆਂ ਨੇ। ਅਜਿਹੇ 'ਚ ਲੋੜ ਹੈ ਸੂਬਾ ਸਰਕਾਰ ਨੂੰ ਡਾਕਟਰਾਂ ਨੂੰ ਹਰ ਜ਼ਰੂਰੀ ਸਾਮਾਨ ਦੇਣ ਦੀ, ਜਿਸ ਦੀ ਉਹ ਲਗਾਤਾਰ ਮੰਗ ਕਰ ਰਹੇ ਨੇ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਦੱਸਾਂਗੇ ਕੋਰੋਨਾ ਕਾਰਨ ਦੇਸ਼ ਦੀ ਕੀ ਹੈ ਸਥਿਤੀ। ਦੇਸ਼ ਦੇ ਵਿੱਚ ਕੋਰੋਨਾ ਕਾਰਨ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਅਤੇ ਪੀੜਤਾਂ ਦੀ ਗਿਣਤੀ 4000 ਤੋਂ ਪਾਰ ਹੈ। ਇਕੱਲੇ ਦਿੱਲੀ ਵਿੱਚ 523 ਕੇਸ ਸਾਹਮਣੇ ਆਏ ਨੇ, ਪਰ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਹਾਲਾਤ ਕਾਬੂ ਹੇਠ ਨੇ। ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਬਣੇ ਹਾਲਾਤ ਕਾਬੂ ਹੇਠ ਨੇ। ਇਹ ਦਾਅਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਪੀਐਮ ਮੋਦੀ ਨੇ ਕਿਹਾ कि सरकार ने समा रहते जो भी जरूरी कदम चुकने सी वो कदम उठाए गए ने। जो भी आवश्यक निर्णय करने की जरूरत पड़ी एक्सपर्ट की मदद से करते रहें। एयरपोर्ट के पर विदेशों से लोगों के आने वालों की थर्मल स्क्रीनिंग हो, विदेश में फंसे भारतीयों को स्वदेश लाने की बात हो, दुनिया के कई देशों से भारत में आने वाले हवाई यातायात को बंद करने का बड़ा कठिन निर्णय हो, मेडिकल इंफ्रास्ट्रक्चर को इस महामारी से निपटने के लिए तैयार करने के लिए प्रयास हो, हर स्तर पर भारत एक के बाद एक प्रोएक्टिव होकर के फैसले करता गया। राज्य सरकारों के सहयोग से इन फैसलों को गति भी मिली। भारत ने जितनी तेजी से काम किया है, जितनी समग्रता से काम किया है, होलिस्टिक अप्रोच के साथ काम किया है, आज उसकी प्रशंसा सिर्फ भारत में ही नहीं, वर्ल्ड हेल्थ ऑर्गेनाइजेशन WHO ने भी की है। कोरोना संकट विच मोदी सरकार ने वड्डा फैसला लिया। सारे ही सांसदां दी 30% तनख्वाह कट्टी जाएगी। आज एक कैबिनेट ने ऑर्डिनेंस का निर्णय लिया, जिसके तहत सांसदों की 30% तनख्वाह एक साल भर के लिए कम होगा। सभी सांसद
30% का एक तरह से कट ले रहे हैं, लेकिन वो कानून में करना पड़ता है। तो कानून ऑर्डिनेंस के रूप में आज निर्णय हुआ और संसद का सत्र जब होगा तब कानून आएगा, लेकिन इसकी अमल तुरंत शुरू होगा क्योंकि ऑर्डिनेंस आया है। तो राष्ट्रपति जी के सिग्नेचर के बाद वो आएगा। तो सभी एमपीज, ऑल एमपीज और प्रधानमंत्री, स्वयं प्रधानमंत्री, मंत्रिमंडल के सारे मंत्री और सभी सांसद, इन सब ने अपने वेतन का ही 30% एक साल न लेने का फैसला, एक सामाजिक उत्तरदायित्व जो है देश के प्रति हमारा जो कर्तव्य है उसकी भावना को बल देते हुए उसके लिए ये निर्णय आज किया। सर्वसम्मति से बहुत अच्छी चर्चा हुई और उसमें सबने बहुत अच्छी तरह से भावनाएं प्रकट की। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 693 ਨਵੇਂ ਕੇਸ ਸਾਹਮਣੇ ਆਏ ਨੇ ਅਤੇ 109 ਲੋਕਾਂ ਦੀ ਮੌਤ ਹੋਈ ਹੈ। अब तक टोटल 291 पीपल हैव रिकवर्ड। अगर हम देखें कि पिछले दिन से आज तक में तो अराउंड 693 नए पॉजिटिव केसेस आए हैं और आज टोटल केसेस की संख्या 4067 है, जिसमें से 1445 केसेस एज आई मेंशन्ड यस्टरडे दे आर रिलेटेड टू तबलीगी जमात कंफर्म केसेस। अब तक आए अगर हम टोटल केसेस को एनालिसिस करें तो जेंडर के डिस्ट्रीब्यूशन पर देखते हैं तो अराउंड 76% केसेस मेल्स में एंड 24% केसेस फीमेल्स में पाए गए हैं। साथ ही अगर हम एज के बेसिस पर डिस्ट्रीब्यूशन को एनालाइज करें तो 47% केसेस, लेट मी जस्ट हाईलाइट, 47% केसेस आर इन पीपल with less than 40 years of age. 34% cases are between people from 40 to 60 years of age, and 19% cases are for people 60 years and above. स्टेट कंट्री में अब तक टोटल 109 डेथ रिपोर्ट हुई हैं, जिसमें से 30 डेथ्स हैव बीन रिपोर्टेड ओनली यस्टरडे। और इन डेथ्स को भी अगर हम एनालाइज करें तो हम पाते हैं कि 73% डेथ्स आर रिलेटेड विद मेल्स एंड 27% आर फाउंड इन फीमेल्स। मॉर्टेलिटी का अगर एज डिस्ट्रीब्यूशन भी आप देखें तो उसमें 63% डेथ्स दे हैव बीन रिपोर्टेड विद पीपल 60 years and above, that is elderly people. 30% deaths have been reported between people from 40 to 60 years and 7% deaths have been reported from people below 40 years. अगर हम इस डेथ को कोमॉर्बिडिटी की बेसिस पर भी एनालाइज करें तो इसमें देखा गया है कि अराउंड 86% डेथ्स आर विद पीपल हैविंग कोमॉर्बिडिटीज लाइक डायबिटीज, क्रॉनिक किडनी डिजीज, हाइपरटेंशन और हार्ट रिलेटेड प्रॉब्लम्स। ਕੇਂਦਰੀ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਹਾਲੇ ਤੱਕ ਹਾਲਾਤ ਤੀਜੀ ਸਟੇਜ 'ਚ ਨਹੀਂ ਪਹੁੰਚੇ। ਅਜਿਹੇ 'ਚ ਲੋੜ ਹੈ ਹੋਰ ਸਾਵਧਾਨੀ ਵਰਤਣ ਦੀ। जैसे आप हमारे से हमेशा क्वेश्चन पूछते हैं कि क्या देश में कम्युनिटी ट्रांसमिशन है, और हम हर बार आपसे रिक्वेस्ट करते हैं कि अगर ऐसा होगा तो हम आपको खुद आके बताएंगे, बिकॉज हम चाहते हैं कि देश अलर्ट हो जाए। लेकिन जो उन्होंने बताया है कि अगर उनका जो वर्डिंग्स हैं लोकलाइज कम्युनिटी ट्रांसमिशन, व्हाट डज इट इम्प्लाई? इट इम्प्लाई कि उस पर्टिकुलर एरिया में केसेस ज़्यादा तादाद में पाए जा रहे हैं। उन्होंने साथ में ये भी कहा है कि हम आज स्टेज 2 और स्टेज 3 के बीच में हैं। व्हाट डज दिस इम्प्लाई? कि हमारा जो एक्शन है हम स्टेज 3 पर शिफ्ट ना हो, हम स्टेज 3 पर ना पहुंचे और उससे लिंक्ड हमें एक्शन लेने हैं, उसके लिए हम एफर्ट करें। इतने बड़े देश में अगर किसी पर्टिकुलर पॉकेट में ज़्यादा केसेस पाए जाते हैं तो उसको कंटेनमेंट की हमारी क्लियरली डिफाइंड स्ट्रैटेजीज हैं और उसके तहत ही हम काम कर रहे हैं। ਨਵੇਂ ਅੰਕੜਿਆਂ ਮੁਤਾਬਕ ਦੇਸ਼ ਵਿੱਚ 4000 ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਨੇ ਅਤੇ 109 ਮੌਤਾਂ ਹੋਈਆਂ ਨੇ। ਅਜਿਹੇ 'ਚ ਸਿਹਤ ਮੰਤਰਾਲਾ ਵਾਰ-ਵਾਰ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕਰ ਰਿਹਾ ਹੈ ਤਾਂ ਜੋ ਸਥਿਤੀ ਦੇ ਹੋਰ ਗੰਭੀਰ ਹੋਣ ਤੋਂ ਬਚਿਆ ਜਾ ਸਕੇ। ਹੁਣ ਰੁਕਦੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਦੱਸਾਂਗੇ ਕੋਰੋਨਾ ਕਾਰਨ ਦੁਨੀਆ ਦੇ ਕੀ ਨੇ ਹਾਲਾਤ।
ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ 71,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਅਤੇ ਪੀੜਤਾਂ ਦਾ ਅੰਕੜਾ 13 ਲੱਖ ਤੋਂ ਪਾਰ ਹੈ। ਅਜਿਹੇ ਦੇ ਵਿੱਚ ਕੁਝ ਵੱਖ-ਵੱਖ ਦੇਸ਼ਾਂ ਦੀ ਸਥਿਤੀ ਜਾਣਨ ਲਈ ਇਸ ਰਿਪੋਰਟ ਨੂੰ ਵੇਖਦੇ ਹਾਂ। कोरोना वायरस पूरी दुनिया 'ਚ जाना लै रही है। मृतकों का आंकड़ा 70,000 तो पार है। इस वायरस नाल पीड़ित लोगों की गिनती 13 ਲੱਖ के करीब है। इटली, स्पेन और अमेरिका कोरोना की लपेट 'ਚ पूरी तरह आ चुके हैं। इटली विच कोरोना वायरस कारण 15,887 मौतां हो चुकियां ने। इत्थे पीड़ितां दा आंकड़ा 1,28,948 है। अंकड़ा दस रहा है कि हालात काफ़ी खतरनाक ने। स्पेन च भी हालात सुखावे नहीं। स्पेन दे विच कोरोना कारण 13,055 मौतां हुईयां ने। इत्थे पीड़ित लोगों की गिनती 1,35,032 है। स्पेन ਅਤੇ इटली बाद अमेरिका विच भी स्थिति बिगड़ चुकी है। अमेरिका विच कोरोना वायरस कारण हुण तक 9,620 मौतां हुईयां ने। इत्थे पीड़ितां की गिनती 3,36,851 है। अमेरिका विच पीड़ितां दा अंकड़ा दुनिया भर के देशों तो वध है। इत्थे मौतां भी तेजी नाल हो रहीआं ने। यूके विच भी हालात कुछ ठीक नहीं। यूके विच कोरोना वायरस कारण 4,934 लोग मारे जा चुके हैं। इत्थे पीड़ितां की गिनती 47,806 है। इन्हां तमाम देशों बाद फ्रांस विच भी लोग लगातार मर रहे हैं। फ्रांस विच 8,078 मौतां हो चुकियां ने। इत्थे पीड़ितां की गिनती 92,839 है। चीन तो फैले कोरोना वायरस की लपेट 'ਚ हुण लगभग पूरी दुनिया है। ईरान 'ਚ 3,739 लोगों की मौत हुई है। कैनेडा विच भी मृतकों का आंकड़ा वध रहा है। हुण तक कैनेडा 'ਚ 280 मौतां हुईयां ने। फिलहाल ਦੇ ਲਈ इन्ना ही। देश दुनिया दी तमाम खबरां वेखण ਲਈ ਤੁਸੀਂ ਵੇਖਦੇ ਰਹੋ ABP ਸਾਂਝਾ।